ਓ 12 ਮਾਹ ਮਾਝ ਮਹੱਲਾ ਪੰਜਵਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਤੇਨ ਦੁਧਾ ਤੇ ਵਾਹਰੀ ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਹਰ ਨਾਹੋ ਨ ਮਿਲਿਆ ਸਾਜਨਾ ਕਤ ਪਾਈਐ ਵਿਸਰਾਮ। ਜਿਤ ਘਰ ਹਰ ਕੰਤ ਨ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਸਰਬ ਸਿਗਾਰਤ ਮੂਲ ਰਸ ਸਨ ਦੇਹੀ ਸਭ ਖਾਮ। ਪ੍ਰਭ ਸਾਮੀ ਕੰਤ ਬਿਹੂਣਿਆ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਗਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਇਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਜਲ ਥਲ ਮਹੀਜਲ ਪੂਰਿਆ ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। 12 ਮਾਹ ਮਾਝ ਮਹੱਲਾ ਚ ਪੰਜਵਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਸ਼ੁਭ ਦਿਹਾੜਾ ਚੇਤ ਦੇ ਮਹੀਨੇ ਦੀ ਸੰਗਰਾਂਦ ਦਾ ਹੈ। ਭਾਵ ਜੋ ਚੇਤ ਦਾ ਮਹੀਨਾ ਹੈ ਉਸ ਦਾ ਪਹਿਲਾ ਦਿਨ, ਉਸ ਨੂੰ ਆਮ ਅਸੀਂ ਸਾਰੇ ਸਧਾਰਨ ਬੁੱਧੀ ਵਾਲੇ ਸੰਗਰਾਂਦ ਕਰਕੇ ਹੀ ਕਹਿੰਦੇ ਹੈ। ਸੋ ਆਪ ਗੁਰੂ ਕਮਾਈ ਭਾਈ ਸੰਗਤਾਂ ਦੂਰੋਂ ਨੇੜਿਓਂ ਇਸ ਸਥਾਨ 'ਤੇ ਪੁੱਜੇ ਹੋ। ਸੋ ਸਤਿਗੁਰੂ ਸਾਹਿਬ ਜੀ ਦੀ ਰੀਤੀ ਅਨੁਸਾਰ ਪਹਿਲੇ ਆਪ ਜੀ ਨੇ ਰਾਗੀ ਸਿੰਘਾਂ ਤੋਂ ਕੀਰਤਨ ਸਰਵਣ ਕੀਤਾ ਹੈ। ਉਪਰੰਤ ਜੋ ਇਹ 12 ਮਾਹ ਉਸ ਦਾ ਸੰਪੂਰਨ ਪਾਠ ਸੁਣ ਕੇ ਤੇ ਫਿਰ ਆਰੰਭ ਤੋਂ ਜੋ ਇਸ ਮਹੀਨੇ ਦੀ ਵਿਚਾਰ ਹੋਣੀ ਹੈ ਉਹ ਦੁਬਾਰਾ ਸਰਵਣ ਕੀਤਾ ਹੈ। ਸੋ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਕੋਈ ਵੀ ਸੰਸਾਰ ਵਿੱਚ ਗੱਲਬਾਤ ਹੈ ਉਸ ਦਾ ਪਹਿਲਾਂ ਕਾਰਨ ਹੁੰਦਾ ਹੈ, ਕੋਈ ਮਤਲਬ ਹੁੰਦਾ ਹੈ। ਆਪੋ ਵਿੱਚ ਹੀ ਕਹਿਣ ਸੁਣਨ ਵਾਲਿਆਂ ਦਾ। ਸੋ ਇਹ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ 12 ਮਾਹ ਸਤਿਗੁਰੂ ਸਾਹਿਬਾਨ ਦਾ ਉਚਾਰਨ ਕੀਤਾ ਹੋਇਆ ਹੈ। ਸੋ ਇਹ ਕਾਹਦੇ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ? ਇਹਦਾ ਇਹ ਹੈ ਵੀ ਸੰਗਤਾਂ ਦੀ ਬੇਨਤੀ ਕਰਨ ਤੋਂ
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿ ਮਹਾਰਾਜ ਆਪ ਕਿਰਪਾ ਕਰੋ, 12 ਮਹੀਨਿਆਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰੋ। ਉਸ ਦਾ ਕਾਰਨ ਜੋ ਆਪਣੀ ਭਾਰਤ ਭੂਮੀ ਦੀ ਇਹ ਹਿੰਦੂ ਸ਼੍ਰੇਣੀ ਦੀ ਸਭਿਅਤਾ ਹੈ। ਭਾਵ ਹੈ ਕਹਿਣ ਤੋਂ ਕਿ ਜੋ ਮੁਸਲਮਾਨ ਕੌਮ ਹੈ ਉਹ ਤਾਂ ਇਹਨਾਂ ਦੀਆਂ ਰੀਤੀਆਂ ਨੂੰ, ਵਿਚਾਰਾਂ ਨੂੰ ਮੰਨਦੇ ਹੀ ਨਹੀਂ। ਉਹਨਾਂ ਦੀਆਂ ਜਿਹੜੀਆਂ ਰੀਤੀਆਂ ਵਿਚਾਰਾਂ ਉਹ ਵੱਖਰੀਆਂ ਹਨ। ਭਾਵੇਂ ਸੂਰਜ, ਚੰਦਰਮਾ, ਤਾਰੇ, ਆਕਾਸ਼, ਸਹੀ ਚੰਦ ਚੜੇ ਸੇ ਤਾਰੇ, ਸਹੀ ਦਨੀਰ ਤਪਤ ਰਹੇ, सात धरती सा पवन चुलारे, जुग जी खेले ठाप कैसे। ठीक है, चाहे मुसलमान है, चाहे हिंदू है, चाहे ईसाई है, चाहे बौद्धी है, चाहे जैनी है, ये करतार दी कुदरत, कुदरत पाउन पानी बसंतर, कुदरत धरती खाक सारी का वर्णन गुरु नानक साहिब जी ने किया है। ਉਹਨੂੰ ਕੋਈ ਨਹੀਂ ਬਦਲਾ ਸਕਦਾ। ਆਪੋ ਆਪਣੀ ਭਾਸ਼ਾ ਅਨੁਸਾਰ ਉਹਨਾਂ ਦੇ ਨਾਮ ਤਾਂ ਵੱਖੋ ਵੱਖਰੇ ਬੋਲਣ ਦੇ ਵਿੱਚ ਰੱਖ ਲੈਂਦੇ ਹੈ, ਭਾਵ ਇੱਕੋ ਹੀ ਹੁੰਦਾ ਹੈ। ਸੋ ਬਹੁਤ ਸਾਰੇ ਜੋ ਇਹ ਖਟ ਜੋਤੀ ਹਨ ਸੰਸਾਰ ਦੇ ਵਿੱਚ, ਤੇ ਮੰਡਲ ਹਨ ਆਕਾਸ਼ ਦੇ ਵਿੱਚ, ਜਿਵੇਂ ਸੂਰਜ ਹੈ, ਚੰਦਰਮਾ ਹੈ, ਮੰਗਲ ਹੈ, ਇਹਨਾਂ ਦੇ ਮੰਡਲ ਵੀ ਹੈਗੇ ਆ। ਜਿਵੇਂ ਕਿਸੇ ਦਾ ਘਰ ਹੋਵੇ, ਉਹਦਾ ਨਾਂ ਰੱਖਿਆ ਹੁੰਦਾ ਤੇ ਉਹਦੇ ਵਿੱਚ ਰਹਿਣ ਵਾਲਾ ਵੱਖਰਾ ਹੁੰਦਾ, ਉਹਦਾ ਮਾਲਿਕ। ਉਹ ਜਿਹਾ ਜਿਹੀ ਘਰ ਦੇ ਕੋਈ ਵਿਉਂਤ ਬਣੀ ਹੋਈ ਹੈ, ਕੰਧਾਂ ਛੱਤ ਪਈਆਂ, ਹੋਰ ਚੀਜ਼ਾਂ ਪਈਆਂ, ਉਹ ਜਿਹਾ ਨਹੀਂ ਹੁੰਦਾ। ਉਹ ਵਿਅਕਤੀਗਤ ਹੋਰ ਤਰ੍ਹਾਂ ਦਾ ਹੁੰਦਾ ਹੈ। ਇਸ ਤਰ੍ਹਾਂ ਹੀ ਇਹ ਜਿਹੜੇ ਸੂਰਜ ਜਾਂ ਚੰਦਰਮਾ ਜਾਂ ਉਹ ਇਹਨਾਂ ਦੇ ਮੰਡਲ ਹੈ, ਜਾਂ ਜਿਵੇਂ ਭਗਤਾਂ ਦੇ ਵਿੱਚੋਂ ਧਰੂਮ ਭਗਤ ਨੇ ਭਗਤੀ ਕੀਤੀ ਹੈ ਤੇ ਉਹ ਸਾਨੂੰ ਮੰਡਲ ਕਹਿੰਦੇ, ਉਹ ਧਰੂਮ ਮੰਡਲ ਹੈ, ਜਾਂ ਤਾਰਾ ਕਹਿ ਦਿੰਦੇ ਆ, ਉਹ ਧਰੂਮ ਤਾਰਾ ਹੈ। ਉਹਦੇ ਵਿੱਚ ਰਹਿਣ ਵਾਲਾ ਉਹ ਧਰੂਮ ਭਗਤ ਹੈ, ਉਹਨੂੰ ਕਹਿ ਦਿੰਦੇ ਨੇ ਉਸ ਦਾ ਅਭਿਮਾਨੀ ਦੇਵਤਾ। ਇਸ ਤਰ੍ਹਾਂ ਹੀ ਇਹ ਸੂਰਜ, ਚੰਦਰਮਾ ਤੇ ਇਹ ਮੰਡਲ ਵੀ ਹਨ, ਵਾਹਿਗੁਰੂ ਪਰਮੇਸ਼ਰ ਦੇ ਬਣਾਏ ਹੋਏ ਹਨ। ਜੋਤੀ ਜੇ ਰਾਤ ਨੂੰ ਜਿੰਨੇ ਵੀ ਇਹ ਤਾਰੇ ਹੈ, ਇਹਨਾਂ ਨੂੰ ਗ੍ਰਹਿ ਵੀ ਕਹਿੰਦੇ ਹੈ। ਜੇ ਇਹਨਾਂ ਦੇ ਵਿੱਚ ਚਮਕ ਨਾ ਹੋਵੇ, ਰੋਸ਼ਨੀ ਨਾ ਹੋਵੇ ਤਾਂ ਸਾਨੂੰ ਕੁਛ ਨਹੀਂ ਦਿਸ ਸਕਦੇ। ਦਿਨੇ ਇਹ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਹੇਠਾਂ ਦਬੇ ਰਹਿੰਦੇ ਹੈ, ਦਿਸਦੇ ਨਹੀਂ ਹੈ, ਬਹੁਤ ਦੂਰ ਹੋਣੇ ਕਰਕੇ। ਸੋ ਇਹ ਜਿਹੜੇ ਕੋਈ ਦਿਨ ਹੈ, ਜਿਵੇਂ ਐਤਵਾਰ ਹੈ, ਵਾਰ ਨਾਮ ਦਿੰਦਾ ਤੇ ਐਤ ਸਾਡੀ ਆਪਣੀ ਸਥੂਲ ਪੰਜਾਬੀ ਭਾਸ਼ਾ ਦੇ ਵਿੱਚ ਐਤ ਕਹਿਣ ਲੱਗ ਪਏ। ਤੇ ਉਹ ਤੋਂ ਪਹਿਲਾਂ ਪਿੱਛੇ ਨੂੰ ਚਲੀਏ ਜੋ ਹਿੰਦੀ, ਜਾਂ ਉਹ ਤੋਂ ਫਿਰ ਅੱਗੇ ਸੰਸਕ੍ਰਿਤ ਹੈ ਮੁੱਢਲੀ ਇਹਨਾਂ ਦੀ, ਉਹਦੇ ਵਿੱਚ ਇਹਨੂੰ ਇਹ ਆਦਿਤ ਕਹਿੰਦੇ ਹੈ। ਆਦਿਤ ਸ਼ਬਦ ਦੀ ਜੇ ਹੋਰ ਖੋਜ ਕਰੋਗੇ ਤੁਸੀਂ ਵੀ ਆਦਤ ਇਹਦਾ ਨਾਂ ਕਿਉਂ ਪੈ ਗਿਆ,
ਦਿੱਤੀ ਤੇ ਅਦਿਤੀ, ਇਹ ਕਸਬ ਦੇ ਘਰ ਵਾਲੀਆਂ ਹੋਈਆਂ। ਇਸ ਤਰ੍ਹਾਂ ਬਹੁਤ ਲੰਬਾ ਚੌੜਾ ਇੱਕ ਇੱਕ ਸ਼ਬਦ ਦਾ ਵਿਸਤਾਰ ਹੈ ਉਸ ਦੇ ਵਿਚਾਰ ਦਾ। ਸੋ ਇਹਦਾ ਨਾਮ ਇਸ ਕਰਕੇ ਦਿੱਤੀ, ਜਿਹੜੇ ਉਹਦੇ ਤੋਂ ਦੈਂਤਾਂ ਦੀ ਦੱਸਦੇ ਉਤਪਤੀ ਹੋਈ ਹੈ। ਆਦਿਤੀ ਤੋਂ ਦੇਵਤਿਆਂ ਦੀ। ਰੋ ਵਿਚਾਰੇ ਕੁਦਰਤ ਕਵਨ ਕਹਾ ਵਿਚਾਰ ਵਾਰੇ ਨ ਜਾਵਾ ਇੱਕ ਵਾਰ, ਜੋ ਤੁਧ ਪਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਨ ਨਿਰੰਕਾਰ। ਸੋ ਵੇਖ ਵਿਡਾਨ ਰਿਹਾ ਵਿਸਮਾਦ, ਵਿਸਮਾਦ ਨਾਦ ਵਿਸਮਾਦ ਵੇ। ਸੋ ਇਹਦਾ ਜੇ ਵਿਚਾਰ ਕਰੀਏ ਤੇ ਉਹ ਅਸਚਰਜੀ ਹੈ, ਤੇ ਬੁੱਧੀ ਵੀ ਸਾਡੀ ਅਸਚਰਜ ਤੋਂ ਪਰੇ ਕੀ ਜਾਣੂਗੀ। ਇਹ ਤਾਂ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਦੇ ਵਿਚਾਰ ਜੋ ਉਹਨਾਂ ਨੇ, ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਪੈਗੰਬਰ ਜਾਂ ਰਹਿਬਰ ਜਾਂ ਆਗੂ ਜਾਂ ਗੁਰੂ ਅਵਤਾਰ ਭੇਜੇ ਹੈ, ਉਹਨਾਂ ਦੁਆਰਾ ਹੀ ਸਾਨੂੰ ਗਿਆਨ ਹੁੰਦਾ ਹੈ। ਉਹ ਆਪਣੇ ਆਪ ਤੋਂ ਨਹੀਂ ਹੁੰਦਾ ਹੈ। ਸੋ ਇਸ ਤਰ੍ਹਾਂ ਉਹ ਸਾਰੀ ਇਸ ਦੇ ਵਿੱਚ ਬਹੁਤਾ ਬੁੱਧੀ ਨੂੰ ਪ੍ਰਵਿਰਤ ਕਰਨ ਦੀ ਲੋੜ ਨਹੀਂ। ਜਿਨ੍ਹਾਂ ਨੂੰ ਲੋੜ ਹੋਵੇ ਇਸ ਦੇ ਪਾਸੇ ਦੀ ਉਹ ਇੱਕ ਇੱਕ ਵਿਸ਼ੇ ਦੀ ਖੋਜ 'ਚ ਲੱਗੇ ਰਹਿੰਦੇ ਹੈ। ਕਿਸੇ ਨੂੰ ਜਿਹੜੀ ਗ੍ਰਹਿਾਂ ਦਾ ਵਿਚਾਰ ਹੈ ਜਾਂ ਜੋਤੀਆਂ ਦਾ ਵਿਚਾਰ, ਪ੍ਰਕਾਸ਼ ਜੋਤ ਨਾਮ ਹੈ ਪ੍ਰਕਾਸ਼ ਦਾ। ਆਮ ਅਸੀਂ ਕਹਿੰਦੇ ਜੋਤ ਜਗਾ ਦਿਓ, ਦੀਵਾ ਬਾਲ ਦਿਓ ਉਹਦੇ ਉੱਤੇ। ਇਵੇਂ ਆਪਣੇ ਦੋ ਦੀਵੇ 14 ਹਟ ਨਾਲੇ, ਜਿੱਤੇ ਜੀ ਤਿੱਤੇ ਬਣ ਜਾ ਰਹੇ। ਇਹ ਬਹੁਤ ਵੱਡੀ ਫਿਰ ਦ੍ਰਿਸ਼ਟੀ ਹੈ ਕਿ ਦੋ ਦੀਵੇ ਚੰਦਰਮਾ ਤੇ ਸੂਰਜ ਹੈ। ਇਸ ਤਰ੍ਹਾਂ 14 ਲੋਕ ਜਿਹੜੇ ਨੇ ਉਹ ਬਾਜ਼ਾਰ ਹੈ। ਇਸ ਰੂਪ ਦੇ ਵਿੱਚ ਇਹਨੂੰ ਅਲੰਕਾਰ ਕਾਵ ਰਚਨਾ ਵਿੱਚ ਕਹਿੰਦੇ ਨੇ। ਸੋ ਜਿੱਤੇ ਜੀ ਤਿੱਤੇ ਬਣ ਜਾ ਰਹੇ। ਇਸੇ ਤਰ੍ਹਾਂ ਹੀ ਇੱਕ ਇੱਕ ਵਿਅਕਤੀ ਦੇ ਵਿੱਚ ਦੋ ਦੀਵੇ 14 ਹਟਣ ਵਾਲੇ। ਦੋ ਦੀਵੇ ਨੇ, ਦੋ ਸਾਡੀਆਂ ਅੱਖਾਂ ਨੇ, ਤੇ 14 ਜਿਹੜੇ ਨੇ ਆਪਣੇ 10 ਇੰਦਰੀਏ, ਮਨ ਬੁੱਧ ਚਿੱਤ ਅਹੰ ਭਾਵ ਜਾਂ ਅਹੰਕਾਰ ਕਹਿ ਲਓ ਇਸ ਨੂੰ। ਇਹ 14 ਹੋ ਗਏ। ਇਹਨਾਂ 14 ਦੇ ਵੱਖੋ ਵੱਖਰੇ ਜਿਸ ਚੀਜ਼ ਨੂੰ ਇਹ ਗ੍ਰਹਿਣ ਕਰਦੇ ਹੈ, ਜਿਵੇਂ ਕੰਨ ਸੁਣਨ ਨੂੰ ਗ੍ਰਹਿਣ ਕਰਦੇ ਹੈ, ਅੱਖਾਂ ਵੇਖਣ ਦੀ ਚੀਜ਼ ਨੂੰ ਗ੍ਰਹਿਣ ਕਰਦੀਆਂ ਨੇ, ਉਹਨਾਂ ਨੂੰ ਕਹਿੰਦੇ ਵਿਸ਼ੇ। ਵੀ ਆਪ ਆਪਣੇ ਅੱਖਾਂ ਸੁਣ ਨਹੀਂ ਸਕਦੀਆਂ, ਕੰਨ ਵੇਖ ਨਹੀਂ ਸਕਦੇ, ਪਰ ਇਹਨਾਂ ਦਾ ਸਾਰੀਆਂ ਚੀਜ਼ਾਂ ਦੀ ਜਿਹੜੀ ਵੇਖਣ ਦੀ ਸ਼ਕਤੀ ਹੈ ਜਾਂ ਸੁਣਨ ਦੀ ਸ਼ਕਤੀ ਹੈ, ਉਹ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਅੰਦਰ ਰੱਖੀ ਹੈ। ਉਹਨੂੰ ਕਹਿੰਦੇ ਹੈ ਰਿਦਾ। ਆਪਣੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਨੂੰ ਰਿਦਾ ਕਿਹਾ ਹੈ। ਉਹਨੂੰ ਸੁਖਾਲਾ ਸਮਝਣ ਵਾਸਤੇ ਜਿਹੜੇ ਪੁਰਾਣਿਕ ਮਤ ਵਾਲੇ ਜਾਂ ਵੇਦ ਮਤ ਵਾਲੇ ਉਹਨੂੰ ਅੰਤःਕਰਨ ਕਹਿੰਦੇ ਹੈ। ਤੇ ਸੁਖਾਲਾ ਸਮਝਣ ਵਾਸਤੇ ਉਹਦੇ ਵਿੱਚ ਜਿਵੇਂ ਆਪਾਂ ਨੂੰ ਵਰਤੋਂ ਦੇ ਵਿੱਚ ਹੈ, ਹਰੇਕ ਕੋਈ ਮਨ ਬੁੱਧ ਚਿੱਤ। ਦੇਖੋ ਕਹਿੰਦੇ ਮੇਰਾ ਚਿੱਤ ਖਰਾਬ ਹੈ, ਅੱਜ ਠੀਕ ਨਹੀਂ। ਚਿੱਤ ਕੋਈ ਚੰਗੀ ਚੀਜ਼ ਹੈ, ਇਹਦੀ ਯੋਗਤਾ ਦੀ ਉਹ ਖਾ ਲਵੇ ਜਾਂ ਕਹਿੰਦੇ ਬਹੁਤ ਖੁਸ਼ ਹੋ ਗਿਆ ਚਿੱਤ। ਇਹ ਹੁਣ ਅਸੀਂ ਸਮਝਣਾ ਹੈ, ਮੈਂ ਵੀ ਤੁਹਾਡੇ ਨਾਲ ਹੀ ਹਾਂ, ਕਿ ਚਿੱਤ ਹੋਇਆ ਕੀ, ਜਾਂ ਉਸਦਾ ਰੂਪ ਰੰਗ ਕੀ ਹੈ, ਜਾਂ ਮਨ
ਜਾਂ ਬੁੱਧ। ਬੁੱਧੀ ਜਿਹੜੀ ਹੈ ਉਹ ਸਮਝਣ ਦਾ ਕੰਮ ਕਰਦੀ ਹੈ, ਤੇ ਉਸ ਤਰ੍ਹਾਂ ਨਹੀਂ ਅਸੀਂ ਦੱਸ ਸਕਦੇ ਵੀ ਕਿਹੀ ਜਿਹੀ ਬੁੱਧੀ ਹੈ, ਉਹਦਾ ਰੂਪ ਰੰਗ ਕੀ ਹੈ। ਰੂਪ ਹੁੰਦਾ ਜਿਵੇਂ ਸਾਡਾ ਸਥੂਲ ਸਰੀਰ ਹੈ, ਤੇ ਇਹਦੀਆਂ ਦੋ ਬਾਹਾਂ ਹੈ, ਦੋ ਜੰਘਾਂ ਹੈ, ਸਿਰ ਹੈ, ਹੋਰ ਅੰਗ ਹੈ, ਇਹਨੂੰ ਰੂਪ ਕਹਿੰਦੇ ਆ। ਆਕਾਰ ਰੰਗ ਹੈ, ਤੇ ਇਸ ਦਾ ਕੋਈ ਕਿਸੇ ਦਾ ਜਿਵੇਂ ਕੋਈ ਸਫੈਦ ਰੰਗ ਹੈ, ਕੋਈ ਕਾਲਾ ਰੰਗ ਹੈ, ਇਸ ਤਰ੍ਹਾਂ ਰੰਗਾਂ ਦੇ ਭੇਦ ਨੇ। ਇਸ ਤਰ੍ਹਾਂ ਬੁੱਧੀ ਦਾ ਤਾਂ ਕੋਈ ਨਹੀਂ, ਮਨ ਦਾ ਕੋਈ ਨਹੀਂ। ਤੇ ਜਿਹੜਾ ਇਹ ਸਾਡੀ ਬੁੱਧੀ ਨੂੰ ਵੀ ਜਾਂ ਹੋਰਨਾਂ ਨੂੰ ਸਾਰੀਆਂ ਨੂੰ ਉਹ ਜਿਨ ਬਣਾਇਆ ਹੈ, ਉਹ ਕੌਣ ਹੈ? ਉਹਨੂੰ ਕੋਈ ਰਾਮ ਕਹੀ ਜਾਂਦਾ ਹੈ, ਕੋਈ ਹਰ ਕਹੀ ਜਾਂਦਾ ਹੈ, ਕੋਈ ਗੋਬਿੰਦ ਕਹੀ ਜਾਂਦਾ ਹੈ, ਕੋਈ ਅੱਲਾ ਕਹੀ ਜਾਂਦਾ ਹੈ, ਕੋਈ ਖੁਦਾ ਕਹੀ ਜਾਂਦਾ ਹੈ, ਕੋਈ ਕਹੇ ਰਾਮ ਰਾਮ, ਕੋਈ ਕਹੇ ਖੁਦਾਏ। ਤੇ ਉਸ ਦੇ ਉਹ ਗੁਨਾਹ ਕਰਕੇ ਫਿਰ ਉਹਦੇ ਨਾਮ ਵੀ ਇਹ ਨਹੀਂ ਵੀ ਰਾਮ ਜਿਹੜਾ ਐਵੇਂ ਕਹੀ ਜਾਂਦੇ ਆ, ਉਹਦੇ ਵਿੱਚ ਅਰਥ ਵੀ ਹੈ, ਮਤਲਬ ਵੀ ਹੈ, ਵੀ ਇਸ ਕਰਕੇ ਉਹਨੂੰ ਰਾਮ ਕਿਹਾ ਜਾਂਦਾ ਹੈ। ਅਰਥ ਦਾ ਵੀ ਇਹਦਾ ਮਤਲਬ ਇਹ ਹੈ। ਜਿਵੇਂ ਰਾਮ ਉਹਨੂੰ ਤਾਂ ਕਹਿੰਦੇ ਵੀ ਸਾਰੇ ਵਿਆਪਕ ਹੋਣੇ ਕਰਕੇ। ਉਸਦਾ ਰੂਪ ਰੰਗ ਤਾਂ ਕੋਈ ਹੈ ਨਹੀਂ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ ਤੇਰੀ ਮਨ ਬਣਤ ਬਣਾਈ, ਇਹ ਮਨ ਜਿਨ ਤੇਰੀ ਇਹ ਬਣਤ ਬਣਾਈ ਹੈ ਇਹੀ ਜਿਹੀ, ਇਹ ਜਿੰਨੇ ਆਪਾਂ ਬੈਠੇ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ, ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਐਨ ਵਿਚਾਰ, ਜਿਵੇਂ ਕੋਈ ਚੀਜ਼ ਰਿੜਕੀ ਦੀ ਹੈ ਨਾ, ਦੁੱਧ ਜਮਾ ਕੇ ਜੰਮਦਾ ਕਿਵੇਂ, ਸਾਰੀ ਚੀਜ਼ ਪਾਂਡਾ ਟੋਏ ਬੈਸਤੂ ਦੇਵੇ ਅਲੰਕਾਰ ਨੇ। ਤੇ ਇੱਥੇ ਵੀ ਉਹ ਵਿਚਾਰ ਹੁੰਦੀ ਹੈ, ਸਹਿਜੇ ਹੀ ਹਰ ਨਾਮ ਲਿਖੋ, ਹਰ ਤਤ ਨਾ ਖੋਈਏ। ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਦੁੱਧ ਦਾ ਨਿਸ਼ਾਨ ਦੇ ਕੇ ਕਹਿ ਦਿੱਤਾ, ਦਹੀਂ ਰਿੜਕਣ ਦਾ ਕਹਿ ਦਿੱਤਾ ਵੀ ਉਸ ਦੇ ਵਿੱਚ ਮੱਖਣ ਹੁੰਦਾ ਹੈ, ਵੀ ਖਿਆਲ ਰੱਖਿਓ ਤੁਸੀਂ, ਜ਼ੋਰ ਵਾਲੀ ਗੱਲ ਨਹੀਂ, ਵਿਚਾਰ ਵਾਲੀ ਗੱਲ ਹੈ। ਤੇ ਸ਼ਾਂਤ ਜੇ ਘਬਰਾਹਟ ਹੋਈ ਫਿਰ ਵੀ ਆਦਮੀ ਬੁੱਧੀ ਨਹੀਂ ਠੀਕ ਜੀ, ਜਗ ਤੇ ਮਨ ਇੱਧਰ ਉੱਧਰ ਭੱਜਦਾ ਦੌੜਦਾ ਹੋਵੇ ਫਿਰ ਵੀ ਉਹਨੂੰ ਨਹੀਂ ਪੂਰੀ ਗ੍ਰਹਿਣ ਹੋਣੀ ਚਾਹੀਦੀ। ਇਸ ਕਰਕੇ ਸ਼ਾਂਤੀ ਪੂਰਵਕ ਘਬਰਾਹਟ ਤੋਂ ਬਿਨਾਂ ਤੇ ਸਹਿਜੇ ਹੀ ਹਰ ਨਾਮ ਲੇਹੋ। ਜਦੋਂ ਨਾਮ ਜਪਣਾ ਵੀ ਹੈ, ਗੁਰਬਾਣੀ ਪੜ੍ਹਨੀ ਵੀ ਹੈ, ਤੇ ਫਿਰ ਵੀ ਸਹਿਜ ਅਵਸਥਾ ਹੈ। ਸਹਿਜ ਕੀ ਹੈ? ਵੀ ਮਨ ਜਿਹੜਾ ਉਹ ਭੱਜਿਆ ਦੌੜਾ ਨਾ ਫਿਰੇ ਇੱਧਰ ਉੱਧਰ, ਤੇ ਵੀ ਮਨ ਦੀ ਇਸੇ ਤਰ੍ਹਾਂ ਹੀ ਬੁੱਧੀ ਜਿਹੜੀ ਹੈ ਉਹ ਹੋਰ ਸੋਚਾਂ ਸਮਝਾਂ 'ਚ ਨਾ ਪਵੇ। ਚਿੱਤ ਜਿਹੜਾ ਹੈ ਹੋਰ ਚਿਤਵੜੀਆਂ ਦੇ ਵਿੱਚ ਨਾ ਪਵੇ, ਤੇ ਜਿਹੜਾ ਅਹੰਕਾਰ ਮੈਂ ਹੈ ਇਸ ਦੀ ਵਿਚਾਰ ਕਰਕੇ ਵੀ ਮੈਂ ਕੀ ਹਾਂ, ਵੀ ਮੈਂ ਸਰੀਰ ਹੀ ਆ ਇਹ,
ਤਾਂ ਇਹੀ ਹੈ। ਇੰਨਾ ਇਹਨੂੰ ਕਹਿੰਦੇ ਅਧਿਆਸ, ਅਸਲੀ ਚੀਜ਼ ਨਾ ਹੋਵੇ ਤੇ ਐਵੇਂ ਭਰਮ ਰੂਪ ਹੋਵੇ। ਜਿਵੇਂ ਉਹ ਭਰਮ ਪੈ ਜਾਂਦਾ ਹੈ ਕਿ ਨਾ ਬਹੁਤਾ ਹਨੇਰਾ ਹੋਵੇ ਤੇ ਨਾ ਬਹੁਤਾ ਚਾਨਣ ਹੋਵੇ ਤੇ ਪੂਰਾ ਚੀਜ਼ ਦਾ ਗਿਆਨ ਨਾ ਹੋਵੇ ਤੇ ਉੱਥੇ ਪੈ ਜਾਂਦਾ ਭਰਮ। ਜਿਹੜੀ ਭਰਮ ਹੁੰਦੀ ਉਹ ਅਸਲੀ ਚੀਜ਼ ਨਹੀਂ ਹੁੰਦੀ ਹੈ। ਜਿਵੇਂ ਰੱਸੀ ਪਈ ਹੈ ਉਹਦਾ ਭਰਮ ਹੋ ਗਿਆ ਵੀ ਸਾਪੀ ਹੋਵੇ। ਦੇਖੋ ਇਹਦੇ ਵਿੱਚ ਵੀ ਹੈ ਵੀ ਸ਼ਾਇਦ ਸਾਪੀ ਹੋਵੇ। ਇਹ ਵਿਦਵਾਨਾਂ ਨੇ ਨਿਰਣੇ ਕੀਤੇ ਵੀ ਸ਼ਾਇਦ ਇੱਥੇ ਆ ਗਿਆ ਵੀ ਨਿਸ਼ਚਾ ਨਹੀਂ ਹੈ ਵੀ ਸੱਪ ਹੈ ਜਾਂ ਨਹੀਂ। ਇਹਨੂੰ ਕਹਿੰਦੇ ਸੰਸ਼ੈ ਗਿਆਨ। ਤੇ ਭਰਮ ਗਿਆਨ ਕਹਿੰਦੇ ਵੀ ਸੱਪ ਹੈ, ਲਿਆਓ ਕੋਈ ਲਾਈਟ ਵੇਖੀਏ ਜਾਂ ਛੋਟਾ ਲਿਆਓ ਜਾਂ ਹਿਲਾਈਏ ਜੁਲਾਈਏ ਜੇ ਉਸਨੂੰ, ਉਹਨੂੰ ਕਹਿੰਦੇ ਭਰਮ ਗਿਆਨ। ਤੇ ਯਥਾਰਥ ਅਸਲੀ ਗਿਆਨ ਜਿਹੜਾ ਹੈ ਰੱਸੀ, ਹੋਰ ਤਾਂ ਕੁਛ ਨਹੀਂ। ਇਸੇ ਤਰ੍ਹਾਂ ਹੀ ਇਹ ਉਹਦੇ ਫਿਰ ਹੁੰਦਾ ਕਿਉਂ ਹੈ ਇੱਥੇ ਧਰਮ ਗਿਆਨ ਕਿੰਨੇ ਉਹਦੀਆਂ ਬੜੀਆਂ ਫਿਰ ਵਿਚਾਰਾਂ ਦੱਸੀਆਂ ਹੋਈਆਂ ਨੇ। ਉਹਨਾਂ ਵਿਚਾਰਾਂ ਐਵੇਂ ਨਹੀਂ ਹੈ, ਬਾਹਰਲੀਆਂ ਚੀਜ਼ਾਂ ਨੂੰ ਅਸੀਂ ਸਮਝਦੇ ਹਾਂ ਤੇ ਉਹਦੀ ਵਿਚਾਰ ਹੈ ਵੀ ਸਾਨੂੰ ਭਰਮ ਪਿਆ ਹੋਇਆ ਹੈ ਕਿ ਮੈਂ ਇਹ ਹੈ। ਤੇ ਇਹ ਤੋਂ ਅੱਗੇ ਫਿਰ ਆਪਣੇ ਵੇਖਣ ਵਾਲੇ ਸੁਣਨ ਵਾਲੇ ਇੰਦਰੀ ਹੈ, ਇਸੇ ਤਰ੍ਹਾਂ ਹੀ ਕਰਮ ਇੰਦਰੀ ਹੈ, ਇਹਨੂੰ ਕਹਿੰਦੇ ਸੂਖਮ ਸਰੀਰ ਹੈ। ਉਹ ਕਹਿੰਦਾ ਮੈਂ ਇਹ ਹਾਂ, ਮੈਂ ਮਨ ਹਾਂ, ਮੈਂ ਬੁੱਧ ਹਾਂ। ਇੱਥੋਂ ਤੋਂ ਪਰੇ ਚਾਹੇ ਕੋਈ ਕਿੰਨੀ ਸੰਸਾਰਿਕ ਵਿਦਿਆ ਪੜ੍ਹਿਆ ਹੋਵੇ, ਹੋਰ ਵੀ ਜਿਹੜੇ ਅਨਾਤਮ ਵਿਦਿਆ ਜਿਸ ਦੇ ਵਿੱਚ ਆਤਮਾ ਦਾ ਜ਼ਿਕਰ ਨਹੀਂ ਹੈ, ਉਹਨਾਂ ਨੂੰ ਨਹੀਂ ਪਤਾ ਲੱਗੂਗਾ ਵੀ ਮੇਰਾ ਆਤਮਾ ਮੈਂ ਕੀ ਹੈ। ਇਹ ਭਰਮ ਜਿਹੜਾ ਹੈ ਇਹ ਸਾਧ ਸੰਗਤ ਦੇ ਵਿੱਚ ਜਿੱਥੇ ਗੁਰਮੁਖ ਐਸੀ ਵਿਚਾਰ ਵਾਲੇ ਹਨ, ਜਿਹੜੀ ਸਾਧ ਸੰਗਤ ਹੈ ਉਹ ਉਹਨਾਂ ਨੂੰ ਵਿਚਾਰ ਕਿੱਥੋਂ ਆ ਗਈ। ਪਹਿਲਾਂ ਤਾਂ ਆਦਮੀ ਹੁੰਦਾ ਵੀ ਚਲੋ ਸਾਧ ਸੰਗਤ ਵਿੱਚ ਚਲੀਏ, ਕੋਈ ਐਡਾ ਗਿਆਨ ਵਿਚਾਰ ਨਹੀਂ ਹੁੰਦੀ ਤੇ ਉੱਥੇ ਵਿਚਾਰ ਹੁੰਦੀ ਹੈ। ਉਹ ਆਪੋ ਵਿੱਚ ਹੀ ਉਹ ਕਹਿੰਦੇ ਵੀ ਸਾਨੂੰ ਤਾਂ ਗੁਰੂ ਤੋਂ ਇਹ ਵਿਚਾਰ ਪ੍ਰਾਪਤ ਹੋਈ ਹੈ। ਤੇ ਜਿਹੜਾ ਅਸਲੀ ਗੁਰੂ ਹੈ ਔਰ ਪੂਰਨ ਗੁਰੂ ਹੈ ਔਰ ਹੋਂ ਤੋਂ ਰਹਿਤ ਹੈ, ਉਹ ਕਦੇ ਵੀ ਨਹੀਂ ਆਪਣੇ ਆਪ ਨੂੰ ਇਹ ਕਹੂਗਾ ਵੀ ਮੈਂ ਗੁਰੂ ਹਾਂ। ਉਹ ਕਹਿੰਦਾ ਵੀ ਮੈਨੂੰ ਤਾਂ ਪਰਮੇਸ਼ਰ ਤੋਂ ਇਹ ਵਿਚਾਰ ਪ੍ਰਾਪਤ ਹੋਈ ਹੈ। ਤੇ ਹੈ ਵੀ ਇਸੇ ਤਰ੍ਹਾਂ ਹੀ ਹੈ। ਜਿਹੜੇ ਵੇਦ ਨੇ, ਵੇਦ ਨਾਮ ਦਾ ਗਿਆਨ ਦਾ ਹੈ, ਸਮਝਦਾ ਹੈ, ਜਿੱਥੋਂ ਵਾਹਿਗੁਰੂ ਪਰਮੇਸ਼ਰ ਦੀ ਆਤਮਾ ਪ੍ਰਾਤਮਾ ਦੀ ਸਮਝ ਆਵੇ ਉਹਨੂੰ ਵੇਦ ਕਹਿ ਦਿੰਦੇ ਆ। ਆਪਣੀ ਬੋਲੀ ਹੈ। ਜਿਸ ਤਰ੍ਹਾਂ ਆਦਤ ਤੋਂ ਦਿਨਾਂ ਦਾ ਵਾਰ ਸੀ ਉਹ ਉਹਨਾਂ ਦੀ ਹੋਰ ਬੋਲੀ ਹੈ। ਇਸ ਤਰ੍ਹਾਂ ਹੀ ਸੋਮ ਚੰਦਰਮਾ ਤੋਂ ਹੈ, ਦਿਨ ਇਹ ਰੱਖੇ ਹੋਏ ਨੇ। 12 ਮਹੀਨੇ ਦੇ ਵੀ ਜ਼ਿਕਰ ਉਹਨਾਂ ਨੂੰ ਵੀ ਇਹ ਬਣ ਕਿਵੇਂ ਗਏ। ਉਹਨਾਂ ਨੂੰ ਅਸੀਂ ਸੂਰਜ ਨੂੰ, ਚੰਦਰਮਾ ਨੂੰ, ਹੋਰ ਗ੍ਰਹਿਆਂ ਨੂੰ ਸਾਡੇ 'ਚ ਤਾਕਤ ਨਹੀਂ ਹੈ ਬਦਲਾਉਣ ਦੀ, ਨਾ ਬਣਾ ਸਕਦੇ ਹਾਂ। ਇਸ ਕਰਕੇ ਜਿਹੜੀ ਚਲੀ ਆ ਰਹੀ ਮਰਿਆਦਾ ਹੋਵੇ ਨਾ ਔਰ ਠੀਕ ਹੋਵੇ, ਉਹਦੇ 'ਤੇ ਐਵੇਂ ਨਹੀਂ ਕਿੰਤੂ ਪ੍ਰੰਤੂ ਕਰਨੇ ਚਾਹੀਦੇ। ਉਹ ਹੈਗੀ ਉਸ ਭਾਸ਼ਾ ਦੇ ਵਿੱਚ ਹੈ। ਚਲੋ ਅਸੀਂ ਇੱਧਰ 12 ਮਹੀਨੇ ਹੈ, ਦਿਨ ਹੈ, ਹੁਣ ਇਹ ਤਾਂ ਹੋ ਗਿਆ ਚੰਦਰਮਾ, ਸੂਰਜ, ਸੋਮਵਾਰ ਜਿਹੜਾ ਹੈ ਸੋਮ ਨਾਮ ਚੰਦਰਮਾ ਦਾ ਹੈ। ਮੰਗਲ ਵੀ ਇੱਕ ਗ੍ਰਹਿ
ਇੱਕ ਦੇਵਤਾ ਹੈ। ਇਸ ਤਰ੍ਹਾਂ ਬੁੱਧ ਵੀ ਹੈ, ਉਹਨਾਂ ਦੇ ਮੰਡਲ ਵੀ ਹੈ। ਇਸ ਤਰ੍ਹਾਂ ਆਪਣੇ ਵੀਰਵਾਰ ਕਹਿੰਦੇ ਉਹ ਬ੍ਰਹਸਪਤ ਤੋਂ ਇਹ ਹੈ। ਸ਼ੁਕਰ ਜਿਹੜਾ ਉਹ ਦੈਂਤਾਂ ਦਾ ਗੁਰੂ ਹੈ। ਸ਼ਨੀਚਰ ਵੀ ਇੱਕ ਇਹ ਸੂਰਜ ਦਾ ਅੱਗੇ। ਇਹ ਇਉਂ ਨਹੀਂ ਸਮਝਣਾ ਵੀ ਐਡੇ ਵੱਡੇ ਜਾਂ ਹੋਰ ਜਿਹੜੀ ਚੀਜ਼ ਹੈ ਇਹ ਕਿਵੇਂ ਬਣ ਗਏ ਜਾਂ ਹੋਰ ਚੀਜ਼। ਇਹ ਤਾਂ ਅਖੀਰ ਤੇ ਪਰਮੇਸ਼ਰ ਹੀ ਹੈ। ਔਰ ਉਹ ਬਹੁਤ ਹੀ ਅਚਰਜ ਹੈ। ਜਿਹੜਾ ਸਾਡੀ ਬੁੱਧੀ ਜਿਹੜੀ ਹੈ ਨਾ ਉਹ ਛੇਤੀ ਨਹੀਂ ਮੰਨਦੀ। ਵਾਹਿਗੁਰੂ ਦੀ ਕਿਰਪਾ ਹੋਵੇ ਫਿਰ ਤਾਂ ਮੰਨ ਜਾਏ, ਤੇ ਜਾਂ ਵੀ ਐਵੇਂ ਕਹੇ ਸੁਣੇ ਮੱਲੋ ਮੱਲੀ ਮੰਨਣਾ ਤਾਂ ਪੈਂਦਾ ਹੀ ਹੈ। ਇਹ ਗੱਲ ਕਿਵੇਂ ਬਣ ਸਕਦੀ? ਕੀਤਾ ਪਸਾਓ ਏਕੋ ਕੋ ਆਓ ਤਿਸਤੇ ਹੋਏ ਲੱਖ ਦਰਿਆਓ। ਵੀ ਵਾਹਿਗੁਰੂ ਪਰਮੇਸ਼ਰ ਨੇ ਇੱਕ ਬਚਨ ਹੀ ਕੀਤਾ ਤੇ ਉਸ ਤੋਂ ਸਾਰੀ ਦੁਨੀਆ ਬਣ ਗਈ। ਵਾਹ ਜੀ ਵਾਹ। ਇਸ ਕਰਕੇ ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰੇ ਰਾਗੀ ਸਿੰਘ ਪੜ੍ਹਦੇ ਸੀ। ਪਹਿਲਾਂ ਤਾਂ ਮਨ ਹੈ ਉਹ ਕਹਿੰਦਾ ਵੀ ਇਹ ਬੜੀ ਅਚਰਜੀ ਚੀਜ਼ ਹੈ। ਫਿਰ ਬੁੱਧ ਉਹ ਕਹਿੰਦੀ ਬੜੀ ਅਚਰਜੀ ਚੀਜ਼ ਹੈ। ਫਿਰ ਮੇਰੀ ਸਮਝ ਨਹੀਂ ਆਉਂਦਾ, ਮੈਂ ਵੀ ਕਹਿੰਦਾ ਬੜੀ ਅਚਰਜੀ ਚੀਜ਼ ਹੈ। ਜੋ ਵਾਹਿਗੁਰੂ ਪਰਮੇਸ਼ਰ ਤੋਂ ਅਚਰਜ ਹੈ। ਸੋ ਇੱਥੇ ਹੀ ਨਹੀਂ ਹੈਰਾਨ ਹੋ ਕੇ ਤੇ ਖੜ ਜਾਣਾ ਚਾਹੀਦਾ ਨਾ। ਉਸ ਅਚਰਜ ਸਰੂਪ ਨੂੰ ਵੇਖਣ ਵਾਸਤੇ, ਉਸ ਦਾ ਦਰਸ਼ਨ ਕਰਨ ਵਾਸਤੇ ਜੋ ਗੁਰੂ ਮਹਾਰਾਜ ਜੀ ਕਹਿੰਦੇ ਹਨ ਉਹ ਕਰਨਾ ਚਾਹੀਦਾ, ਤੇ ਫਿਰ ਉਹ ਅਚਰਜ ਰੂਪ ਪ੍ਰਗਟ ਵੀ ਹੋ ਜਾਏਗਾ। ਸਾਖਿਆਤ ਵੀ ਹੋ ਜਾਏਗਾ। ਜਦੋਂ ਪ੍ਰਗਟ ਹੋ ਗਿਆ ਫਿਰ ਹੋਰ ਜਿਹੜਾ ਸੰਸਾਰ ਹੈ ਅੱਗੇ ਤੋਂ ਅੱਗੇ ਉਹਦੀਆਂ ਅਵਸਥਾ ਨੇ ਉਹ ਇਸ ਤਰ੍ਹਾਂ ਦਾ ਨਹੀਂ ਹੈ। ਉਹ ਫਿਰ ਇਸ ਤਰ੍ਹਾਂ ਦੀਆਂ ਨਹੀਂ ਰਹਿਣਗੀਆਂ। ਸੋ ਇਹ ਸਤਸੰਗਤ ਦੇ ਵਿੱਚ ਸਤ ਸੰਗਤ, ਸਤ ਦੀ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਗਤ ਪ੍ਰਾਪਤੀ ਹੋਈ ਹੈ ਉਹ ਵਿਅਕਤੀਆਂ ਉਹਨੂੰ ਸਤ ਸੰਗਤ ਕਹਿੰਦੇ ਹੈ। ਤੇ ਫਿਰ ਉਹਨਾਂ ਨੂੰ ਤਾਂ ਪ੍ਰਾਪਤੀ ਹੋ ਗਈ। ਉੱਥੇ ਤਾਂ ਨਾ ਮਨ ਹੈ, ਨਾ ਬੁੱਧ ਹੈ, ਨਾ ਹੋਰ ਹੈ, ਸਾਰਾ ਹੀ ਹੈ। ਇਹ ਸਾਰੇ ਲੀਨ ਹੋ ਜਾਂਦੇ ਆ ਉਸ ਵਿੱਚ। ਇਹ ਲੀਨ ਹੋ ਜਾਂਦੇ ਫਿਰ ਮੇਰਾ ਸੋਚੋ ਵਿਚਾਰੋ ਵੀ ਜਿਹੜੀ ਗਾੜੀ ਨੀਂਦ ਹੈ ਉਸ ਦੇ ਵਿੱਚ ਕਿਸੇ ਨੂੰ ਪਤਾ ਹੁੰਦਾ ਹੈ ਮੈਂ ਕਿੱਥੇ ਹਾਂ, ਮੇਰਾ ਸਰੀਰ ਕਿੱਥੇ ਹੈ, ਮਨ ਕਿੱਥੇ ਹੈ, ਬੁੱਧ ਕਿੱਥੇ ਹੈ, ਹੋਰ ਆ ਸੰਸਾਰ ਕਿੱਥੇ ਹੈ। ਉੱਥੇ ਨਾ ਉੱਥੇ ਸਰੀਰ ਹੈ, ਨਾ ਸੰਸਾਰ ਹੈ, ਨਾ ਮਨ ਹੈ, ਨਾ ਬੁੱਧ ਹੈ, ਨਾ ਹੋਰ ਹੈ। ਉਹਨੂੰ ਕਹਿੰਦੇ ਅਗਿਆਨ ਦਾ ਪ੍ਰਣਾਮ ਬਦਲ। ਅਗਿਆਨ ਤਾਂ ਇੱਕ ਛੋਟਾ ਜਿਹਾ ਹੀ ਸ਼ਬਦ ਹੈ। ਉਹਦੇ ਅੱਖਰਾਂ ਦੇ ਐੜਾ ਅਗਿਆਨ, ਐੜਾ ਫਿਰ ਨੰਨਾ 3-4 ਅੱਖਰ ਹੀ ਨੇ। ਇਸ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦੇ ਵੀ 4 ਹੀ ਅੱਖਰ ਨੇ। ਤੇ ਜੇ ਉਹਨਾਂ ਦਾ ਵਿਸਥਾਰ ਕਰੋ, ਜਿਵੇਂ ਬੋਹੜ ਦਾ ਦਰਖਤ ਤਾਂ ਬਹੁਤ ਵੱਡਾ ਹੁੰਦਾ, ਉਹਦਾ ਬੀਜ ਨਿੱਕਾ ਜਿਹਾ ਹੁੰਦਾ ਹੈ। ਕੋਈ ਮੰਨਣ ਚਾਹੁੰਦੀ ਵੀ ਇਹਦੇ ਵਿੱਚ ਹੀ ਹੈ ਸਾਰਾ ਕੁਛ। ਜਿਨ੍ਹਾਂ ਨੂੰ ਵੇਖਿਆ ਤਜਰਬਾ ਕਹਿੰਦੇ ਹਾਂ ਇਹਦੇ ਵਿੱਚ ਹੀ ਹੈ। ਪਰ ਧਰਤੀ ਤੇ ਪਾਣੀ ਦੇ ਤੇ ਅੱਗੇ ਅਗਨੀ ਦੇ ਉਹ ਸੰਯੋਗ ਕਰਕੇ ਤੇ ਹਵਾ ਆਦਿਕ ਤੱਤਾਂ ਦੇ ਨਾਲ ਮਿਲ ਕਰਕੇ ਉਹ ਪੈਦਾ ਹੁੰਦਾ ਹੈ, ਫਿਰ ਵੱਡਾ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਨਾਮ ਛੋਟਾ ਜਿਹਾ, ਬਹੁਤ ਹੀ ਛੋਟਾ ਐਵੇਂ ਮਾਲੂਮ ਹੁੰਦਾ ਵੀ ਇਹ ਹੈ ਕੀ ਹੈ। ਪਰ ਜਿਨ੍ਹਾਂ ਨੂੰ ਇਸ ਚੀਜ਼ ਦਾ ਗਿਆਨ ਹੈ, ਸਮਝ ਹੈ, ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਗੁਰੂ ਦੀ ਕਿਰਪਾ ਜਾਂ ਸਾਰੇ ਕਿਸੇ ਦੀ ਵੀ ਜਿਹੜੀ ਕਿਰਪਾ ਹੈ ਉਹ ਉਹਦੀ ਆਗਿਆ ਮੰਨਣ ਕਰਕੇ ਹੁੰਦੀ ਹੈ। ਕੋਈ ਦੇਖ ਲਓ, ਵਿਚਾਰ ਕਰ ਲਓ।
ਜਿਹੜਾ ਕਿਸੇ ਦੇ ਅਨੁਸਾਰ ਹੋ ਕੇ ਚੱਲੋ ਤੇ ਖੁਸ਼ ਹੋ ਜਾਂਦਾ ਹੈ, ਜਿਹੜਾ ਨਹੀਂ ਚੱਲਦਾ ਉਹਦੇ ਤੇ ਫਿਰ ਹੋ ਜਾਂਦਾ। ਉਹਨੂੰ ਕਈ ਤਰ੍ਹਾਂ ਦੇ ਵੀ ਇਹ ਨਹੀਂ ਗੱਲਾਂ ਮੰਨਦਾ ਜੀ, ਇਹ ਬੇਮੁਖ ਹੈ ਜਾਂ ਹੋਰ ਚੀਜ਼ ਹੈ। ਸੋ ਅਸੀਂ ਜੇ ਇਸ ਚੀਜ਼ ਨੂੰ ਵੇਖਣਾ ਚਾਹੁੰਦੇ ਹਾਂ ਤਾਂ ਗੁਰੂ ਮਹਾਰਾਜ ਦੱਸਦੇ ਨੇ, ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਹੈ ਵੀ ਇਸੇ ਤਰ੍ਹਾਂ ਹੀ। ਤੇ ਪਰਮੇਸ਼ਰ ਨੇ ਰਿਸ਼ੀਆਂ ਨੂੰ ਗਿਆਨ ਦਿੱਤਾ। ਰਿਸ਼ੀਆਂ ਨੇ ਅੱਗੇ ਲਿਖਣ ਦੇ ਵਿੱਚ ਉਹ ਚੀਜ਼ਾਂ ਲੈਣ ਦੀਆਂ ਉਹਨਾਂ ਨੂੰ ਵੇਦ ਕਹਿ ਦਿੰਦੇ ਹੈ। 4 ਵੇਦ ਹੈ ਤੇ 4 ਉਪਵੇਦ ਹੈ ਸੰਸਾਰ ਦੇ। ਜਿਸ ਤਰ੍ਹਾਂ ਅਰਥ ਵੇਦ ਹੈ, ਅਰਥ ਨਾਮ ਪਦਾਰਥਾਂ ਦਾ, ਜਿਹਦੇ ਵਿੱਚ ਪਦਾਰਥਾਂ ਦਾ ਗਿਆਨ ਹੋਵੇ, ਜਿਸ ਨੂੰ ਅੱਜ ਕੱਲ੍ਹ ਕੈਮਿਸਟਰੀ ਕਹਿ ਦਿੰਦੇ। ਤੇ ਆਯੁਰਵੇਦ, ਆਯੂ ਨਾਮ ਜ਼ਿੰਦਗੀ ਨੂੰ, ਜ਼ਿੰਦਗੀ ਦਾ ਜਿਹਦੇ ਵਿੱਚ ਗਿਆਨ ਹੋਵੇ ਕਿਸ ਤਰ੍ਹਾਂ ਸਵਸਥ ਰਹਿ ਸਕਦੀ ਹੈ। ਤੰਦਰੁਸਤੀ ਦੀ ਸਾਰਿਆਂ ਨੂੰ ਲੋੜ ਹੈ। ਉਹਦੇ 'ਚ ਦੂਜੇ ਵੇਦਾਂ 'ਚ ਨਹੀਂ ਐਸਾ ਵਿਸਤਾਰ। ਉਹਦੇ 'ਚ ਪਰਮਾਰਥ ਦੇ ਹੋਰ ਐਸੇ ਪਰਮਾਰਥ ਦੇ ਨਾਲ ਸੰਬੰਧਿਤ ਵਸਤੂਆਂ ਦੇ ਵਿਚਾਰ ਨੇ। ਇਹ ਇਕੱਲੀ ਇਕੱਲੀ ਹੈ ਆਪਣੇ। ਤੇ ਧਨੁਰਵੇਦ, ਧਨੁਰ ਧਨ ਵੀ ਸ਼ਬਦ ਹੈ, ਧਨੁਰ ਵੀ ਸ਼ਬਦ ਹੈ। ਧਨੁਰ ਨਾਮ ਸ਼ਸਤਰਾਂ ਦਾ ਹੈ। ਜਿਸ ਤਰ੍ਹਾਂ ਸ਼ਸਤਰਾਂ ਦਾ ਗਿਆਨ ਹੋਵੇ, ਉਹਦੇ ਵਿੱਚ ਮਤਲਬ ਹੈ ਵੀ ਪਹਿਲਾਂ ਜਿਹੜਾ ਕੋਈ ਗਿਆਨ ਜਾਂ ਹੋਰ ਚੀਜ਼ ਰਿਸ਼ੀਆਂ ਮੁਨੀਆਂ ਨੂੰ ਰੱਬ ਨਹੀਂ ਦਿੱਤਾ, ਤੇ ਜਿਹੜੇ ਗੁਰੂ ਜਾਂ ਧਰੋਂ ਲੈ ਕੇ ਆਉਂਦੇ ਆ ਤੇ ਉਹ ਵੀ ਪਰਮੇਸ਼ਰ ਨੇ, ਉਹ ਬਣਾਏ ਵੀ ਪਰਮੇਸ਼ਰ ਨੇ, ਉਹਨਾਂ ਨੂੰ ਗਿਆਨ ਵੀ ਪਰਮੇਸ਼ਰ ਨੇ ਦਿੱਤਾ ਆ, ਬਲ ਵੀ ਪਰਮੇਸ਼ਰ ਨੇ ਦਿੱਤਾ। ਸਭ ਕੁਛ ਹੀ ਪਰਮੇਸ਼ਰ ਨੇ ਬਣਾਇਆ ਹੈ ਤੇ ਉਹਨਾਂ ਨੂੰ ਦਿੱਤਾ ਹੈ। ਜਿਹਦੀ ਚੀਜ਼ ਬਣਾਈ ਹੋਈ ਹੈ ਤੇ ਜਾਂ ਕਿਸੇ ਨੂੰ ਦਿੱਤੀ ਹੋਈ ਹੈ, ਉਹਦੇ ਤੇ ਕਵੇ ਵੀ ਇਹ ਮੇਰੀ ਹੈ ਜਾਂ ਮੈਂ ਬਣਾਈ ਹੈ ਇਹ ਜਾਇਦਾਦ, ਜਾਂ ਮਾਂ ਪਿਓ ਕਹਿਣ ਵੀ ਮੈਂ ਧੀਆਂ ਪੁੱਤਰੇ ਬਣਾਏ ਹੈ, ਇਹ ਤਾਂ ਮਹਾਮੂਰਖਤਾ ਹੀ ਹੈ। ਦੇਖੋ ਕਿੰਨੇ ਅਗਿਆਨ ਦੇ ਵਿੱਚ ਆਪਾਂ ਪਏ ਹੋਏ। ਬਣਾਇਆ ਸਭ ਕੁਛ ਹੀ ਹੈ, ਪਰਮੇਸ਼ਰ ਹੀ ਪਾਲਣਾ ਕਰਦਾ ਹੈ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਉੱਥੇ ਕੌਣ ਮਾਂ ਕਰਦੀ ਹੈ ਜਾਂ ਪਿਓ ਕਰਦਾ ਹੈ, ਜਾਂ ਉੱਥੇ ਬਣਾਉਂਦਾ ਕੌਣ ਹੈ? ਸੋ ਇਹ ਅਗਿਆਨ ਹੈ, ਬੇਸਮਝੀ ਹੈ। ਇਸ ਨੂੰ ਕੱਢ ਦੇਣਾ, ਇਸ ਨੂੰ ਕੱਢ ਕੇ ਐਸੀ ਵਿਚਾਰ ਦੇ ਨਾਲ ਇਹ ਮੈਂ ਦੂਰ ਹੋ ਕੇ ਆਪਾ ਭਾਵ ਇਹਨੂੰ ਕਰਨੇ ਨੇ। ਫੇਰ ਨਾਮ ਜਪਣਾ ਹੈ, ਤਨ ਮਨ ਸਭ ਕੀ ਸ਼ਹਾਰਤ ਇਸ ਘੇਰਾ, ਫੇਰ ਉਹ ਸਫਲ ਹੋਵੇਗਾ। ਤੇ ਨਹੀਂ ਤਾਂ ਜੇ ਮੈਂ ਦੇ ਵਿੱਚ ਹੈ ਤਾਂ ਸਹੀ, ਇਹ ਨਹੀਂ ਵੀ ਰਸਨਾ ਵੀ ਨਾਲ ਅਸੀਂ ਕਰਦੇ ਹਾਂ ਵੀ ਮੈਂ ਜਾਪ ਕਰਦਾ, ਮੈਂ ਇੰਨਾ ਪਾਠ ਕੀਤਾ ਹੈ, ਸਾਰੀ ਚੀਜ਼ ਕੀਤੀ ਹੈ, ਪਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੈ। ਮੋਹਰ ਨਹੀਂ ਉਹਦੇ 'ਤੇ ਲੱਗਦੀ, ਮੋਹਰ ਉਹਦੇ 'ਤੇ ਲੱਗੂਗੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਕਹਿੰਦੇ ਵੀ ਇਹਨਾਂ ਚੀਜ਼ਾਂ 'ਚੋਂ ਆਪਣਾ ਹਉਮੈ ਛੱਡ ਦਿਓ ਤੁਸੀਂ। ਇਹੀ ਸਾਰੇ ਵੱਡਾ ਰੋਗ ਹੈ, ਜਿਹਦੇ ਅੰਦਰ ਵੀ ਕਿਸੇ ਦੇ ਚਾਹੇ ਉਤਾਰ ਹੈ, ਹੋਰ ਦੇ ਅੰਦਰ ਆ ਗਿਆ, ਉਹ ਫੇਲ ਹੈ। ਹਾਂ, ਉਸਦੇ ਜਿਵੇਂ ਸਿੱਧਾਂ ਦੇ ਨਾਲ ਗੋਸ਼ਟਾਂ ਹੋਈਆਂ ਗੁਰੂ ਨਾਨਕ ਸਾਹਿਬ ਦੀਆਂ, ਹੋਰ ਮੁਸਲਮਾਨ ਪੀਰਾਂ ਨਾਮ ਮੱਕੇ ਮਦੀਨੇ ਰਾਗ ਬਗਦਾਦ ਸਾਰੇ ਹੀ ਗਏ। ਸਾਰੇ ਕੌਣ ਹੈ ਕਿ ਨਾਨਕ ਨਿਰੰਕਾਰੀ ਹੈ, ਨਾਨਕ ਹੈ ਤੇ ਨਿਰੰਕਾਰੀ ਹੈ। ਨਿਰੰਕਾਰੀ ਦਾ ਇਹ ਮਤਲਬ ਨਹੀਂ ਵੀ ਨਿਰੰਕਾਰ ਹੈ, ਨਾ ਵੀ ਨਿਰੰਕਾਰ ਦੇ ਅਸੀਂ ਹਾਂ।
ਤੇ ਉਹਦੇ ਵੀ ਦਾਸ ਹਾਂ, ਬਲਕਿ ਜਿਹੜੇ ਉਹਦੇ ਨਾਮ ਜਪਣ ਵਾਲੇ ਤੇ ਉਸ ਅਵਸਥਾ ਦੇ ਵਿੱਚ ਟਿਕੇ, ਉਹਨਾਂ ਦੇ ਦਾਸਾਂ ਦੇ ਵੀ ਦਾਸ ਤੇ ਪਾਣੀ ਢੋਣ ਵਾਲੇ ਹੈ। ਇਸ ਕਰਕੇ ਉਹ ਤਾਂ ਹੈਗੇ ਪੂਰਾ ਸਹੀ ਗੁਰੂ। ਜਿਹੜੇ ਹੋਰ ਨੇ ਫਿਰ ਉਹ ਸਾਰੇ ਜਾਂ ਮਨੌਤ ਦੇ ਵਿੱਚ ਜਾਂ ਇੱਧਰ ਉੱਧਰ ਜਾਂ ਦੱਸਦੇ ਵੀ ਨਾਮ ਵੀ ਲੈ ਲਓ ਜੀ, ਹੋਰ ਵੀ ਲੈ ਲਓ ਜੀ, ਸਿੱਖਿਆ ਵੀ ਲੈ ਲਓ ਜੀ, ਉਪਦੇਸ਼ ਵੀ ਲੈ ਲਓ ਜੀ, ਉਹ ਸਾਰੇ ਕੱਚੀ ਹੀ ਹੈ। ਜਿਸ ਤਰ੍ਹਾਂ ਸਰਵ ਸਿੰਗਾਲ ਤੰਬੋਲ ਰਸ ਸਣ ਦੇ ਹੀ ਸਭ ਖਾਂ, ਬਾਹਰਲਾ ਦ੍ਰਿਸ਼ਟਾਂਤ ਦਿੱਤਾ ਹੈ ਪਤੀ ਸਤੀ ਦਾ, ਬੀਬੀ ਦਾ ਤੇ ਉਹਦੇ ਪਤੀ ਦਾ, ਵੀ ਸ਼ਿੰਗਾਰ ਕੱਪੜੇ ਹੋ ਸਾਰੇ ਇਹ ਹੋਣੇ ਉਸ ਤਰ੍ਹਾਂ ਦੇ। ਜੇ ਕਰਕੇ ਉਹ ਪ੍ਰਵਾਨ ਨਹੀਂ ਹੈ, ਉਹਨੂੰ ਚੰਗੀ ਨਹੀਂ ਹੈ, ਵੇ ਪਰੇ ਰਹਿ, ਨੇੜੇ ਆਉਣ ਦਾ ਤੇਰਾ ਕੀ ਮਤਲਬ ਹੈ? ਫੇਰ ਕੀ ਹੋਇਆ? ਉਹ ਸਭ ਐਵੇਂ ਉਹਨੂੰ ਤਾਂ ਪ੍ਰਵਾਨ ਨਾ ਹੋਏ। ਜਿਵੇਂ ਪੱਕਾ ਫਲ ਜਿਹੜਾ ਹੈ ਰਸਦਾਇਕ ਹੈ, ਉਹਨੂੰ ਖਾਓ ਕਹਿੰਦੇ ਹਾਂ ਬਹੁਤ ਸਵਾਦ ਹੈ, ਪ੍ਰਵਾਨ ਹੋ ਗਿਆ, ਠੀਕ ਹੈ। ਜਿਹੜਾ ਕੱਚਾ ਹੈ ਉਹ ਤਾਂ ਕੌੜਾ ਹੈ, ਕਸੈਲਾ ਹੈ, ਸਗੋਂ ਬਿਮਾਰ ਕਰ ਦਊ। ਸੋ ਐਸੇ ਦੁਨੀਆ ਦੇ ਵਿੱਚ ਜਿਹੜੇ ਹਾਂ ਦੇ ਸਹਿਜ ਹੈ ਔਰ ਨਾਮ ਕਹਿੰਦੇ ਹੈ, ਉਹ ਸਭ ਬਿਮਾਰ ਕਰ ਦੇਣਗੇ ਤੇ ਬਿਮਾਰ ਕਰਦੇ ਹੀ ਹੈ। ਤੇ ਲੋਕ ਜਿਹੜੇ ਨੇ ਉਹ ਕਹਿ ਦਿੰਦੇ ਵੀ ਹਾਂਜੀ ਅਸੀਂ ਉਪਦੇਸ਼ ਲਿਆ ਜੀ, ਅਮਕਾ ਗੁਰੂ ਹੈ ਜੀ, ਉਹ ਗੁਰੂ ਹੈ। ਵਾਹਿਗੁਰੂ ਦਾ ਵੀ ਤਾਂ ਰੂਪ ਰੇਖ ਰੰਗ ਕੁਛ ਨਹੀਂ ਹੈ, ਪਰ ਉਹ ਜਿਸ ਵੇਲੇ ਚਾਹਵੇ ਆਪਣੀ ਇੱਛਾ ਅਨੁਸਾਰ, ਤੁਸੀਂ ਕਹੋ ਫਿਰ ਉਹ ਉਪਦੇਸ਼ ਕਿਵੇਂ ਦਿੰਦਾ ਹੈ? ਵਾਹਿਗੁਰੂ ਪਰਮੇਸ਼ਰ 'ਚ ਇੰਨੀ ਸ਼ਕਤੀ ਹੈ, ਸਾਰਾ ਸੰਸਾਰ ਬਣਾ ਦਿੱਤਾ ਤੇ ਉਹਨੂੰ ਉਪਦੇਸ਼ ਦੇਣ ਨੂੰ ਕੋਈ ਜ਼ੋਰ ਲੱਗਦਾ ਹੈ? ਜਦੋਂ ਮਰਜ਼ੀ ਹੋ, ਜੇ ਹਵਾ ਬਣਾਤੀ ਹੈ, ਚੰਦਰਮਾ ਸੂਰਜ ਬਣਾਤੇ ਹੈ, ਤੇ ਧੁਨੀ ਆਵਾਜ਼ ਆਉਂਦੀ ਹੈ, ਸ਼ਬਦ ਬਾਣੀ ਬਣਾ ਦਿੱਤੀ ਹੈ, ਸਾਡੇ ਬਾਣੀ ਬੋਲਣੇ ਜੀਭ ਬਣਾ ਦਿੱਤੀ ਹੈ, ਤੇ ਉਹ ਨਹੀਂ ਕਰ ਸਕਦਾ? ਇਹ ਉਪਦੇਸ਼ ਕਿਵੇਂ ਹੋਊਗਾ ਜੀ? ਸੋ ਉਹ ਵਾਹਿਗੁਰੂ ਪਰਮੇਸ਼ਰ ਕਰਨ ਕਾਰਨ ਪ੍ਰਵੇਕ ਹੈ, ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰ ਨੇ ਜਲ ਥਲ ਬਈਅਲ ਸੋਏ। ਇੱਕ ਤਾਂ ਰੂਪ ਰੇਖ ਰੰਗ ਤੋਂ ਰਹਿਤ ਹੈ, ਇੱਕ ਵਾਹਿਗੁਰੂ ਪਰਮੇਸ਼ਰ ਫੇ ਜਿਵੇਂ ਗੁਰੂ ਸਰੂਪ ਧਾਰੇ ਹੈ। ਜਾਂ ਹਿੰਦੂ ਮਤ ਦੇ ਵਿੱਚ ਪੁਰਾਣਿਕ ਮਤ ਵਾਲਿਆਂ ਨੇ 5 ਈਸ਼ਰ ਮੰਨੇ ਹੈ, ਜਿਨ੍ਹਾਂ ਦੇ ਵਿੱਚੋਂ ਵਿਸ਼ਨੂੰ ਭਗਵਾਨ ਨੂੰ ਮੰਨਦੇ ਹੈ ਜੀ, ਸ਼ਿਵ ਜੀ ਭਗਵਾਨ ਨੂੰ ਮੰਨਦੇ ਹੈ ਜੀ, ਕੋਈ ਚੰਦਰਮਾ ਨੂੰ ਮੰਨੀ ਜਾਂਦਾ ਹੈ, ਕੋਈ ਸੂਰਜ ਨੂੰ ਮੰਨੀ ਜਾਂਦਾ ਹੈ। ਇਸ ਲਈ ਉਹਨਾਂ ਨੂੰ ਉਹ ਬ੍ਰਹਮ ਕਹਿੰਦੇ ਹੈ, ਪਰਮੇਸ਼ਰ ਹੈ ਉਹਨਾਂ ਦੀ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਅਸਲੀ ਵਿਚਾਰਾਂ ਹੋਰ ਦੱਸੀਆਂ ਹੈ ਉਹਨਾਂ 'ਚ ਵੀ, ਪਰ ਉਹ ਆਪਣੀ ਮਨੌਤ ਦੇ ਵਾਸਤੇ ਉਹਨਾਂ ਨੂੰ ਲੁਕੋ ਰੱਖਦੇ ਲੋਕਾਂ ਨੂੰ, ਅਣਜਾਣ ਲੋਕ ਵੀ ਰਹਿੰਦੇ ਹੈ। ਇਹ ਨਹੀਂ ਵੀ ਨਹੀਂ ਹੈ, ਜਾਂ ਉਹਨਾਂ ਦੇ ਅੰਦਰ ਕਿਤੇ ਹਉਮੈ ਵੀ ਆ ਜਾਂਦੀ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕੁਮਾਰੀ, ਉਹ ਵਾਹਿਗੁਰੂ ਪਰਮੇਸ਼ਰ 'ਚ ਨਹੀਂ ਹੈ। ਇਸੇ ਤਰ੍ਹਾਂ ਹੀ ਦਸੋ ਪਾਤਸ਼ਾਹੀਆਂ, ਉਹ ਕਹਿੰਦੇ ਦਾਸਾਂ ਨੇ ਦਾਸ ਹਾਂ, ਔਰ ਗੁਰਬਾਣੀ 'ਚ ਵੀ ਇਹੀ ਸਿੱਖਿਆ ਦਿੱਤੀ ਹੈ, ਇਹ ਵਾਹਿਗੁਰੂ ਦੀ ਹੈ, ਇਹ ਤੁਰਕੀ ਬਾਣੀ ਆਈ ਉਹਦੇ 'ਚ ਨਹੀਂ। ਇੱਥੋਂ ਤੱਕ ਹੁਣ ਉਹ ਤਾਂ ਕਹਿੰਦੇ, ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਵੀ ਇਹ ਧੁਰ ਦੀ ਬਾਣੀ ਅਸੀਂ ਉਹਦਾ ਉਪਦੇਸ਼ ਵਿਚਾਰ ਦੱਸਦੇ ਹਾਂ। ਉਹ ਕਹਿੰਦੇ ਅਸੀਂ ਉਪਦੇਸ਼ ਦਿੰਦੇ ਹਾਂ, ਸਾਤੋਂ ਉਪਦੇਸ਼ ਲਓ। ਨਾਲੇ ਆਪ ਫਸ ਗਏ, ਨਾਲੇ ਦੂਜਿਆਂ ਨੂੰ ਫਸਾਤਾ। ਸੋ ਹਮੇਸ਼ਾ ਵਾਸਤੇ ਹੀ ਫਿਰ ਭਗਤਾਂ ਦੀ ਦੇਖ ਲਓ ਵਡਿਆਈ ਚਲੀ ਆਉਂਦੀ ਹੈ, ਧੁਰ ਤੋਂ ਹੀ ਹਰ ਜੁਗ ਜੁਗ ਭਗਤ ਪਾਇਆ। ਇਸ ਲਈ ਸਾਧ ਸੰਗਤ ਗੁਰ ਸਿੱਖੀ ਦੇ ਅੰਦਰ ਜਿਹੜੇ ਗੁਰਮੁਖ ਸਿੱਖ ਨੇ, ਭਗਤੀ ਕਰਨ ਵਾਲੇ ਪ੍ਰਵਾਨ ਹੋਏ ਹੈ, ਜਿਨ੍ਹਾਂ ਦੇ ਅੰਦਰ ਹਉਮੈ ਨਹੀਂ ਹੈ, ਉਹ ਸਾਧ ਸੰਗਤ ਹੈ। ਫਿਰ ਅੱਗੇ ਉਸੀ ਇਹ ਸਾਧ ਸੰਗਤ ਦੇ ਵਿੱਚ ਵਿਚਾਰ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਫਿਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਇਹ ਵੀ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ ਤੇ ਸਿੱਖਾਂ ਨੇ ਬੇਨਤੀ ਕਰ ਦਿੱਤੀ, ਮਹਾਰਾਜ ਵੀ ਜਿਹੜੀ ਕੋਈ ਹੈਗੀ ਹੈ ਕੋਈ ਨਾਮ ਦੀ ਵਿਧੀ ਜਪਣ ਦੀ, ਤੇ ਜਾਂ ਕੋਈ ਇਹ ਦੱਸਣ ਦੀ, ਜਿਵੇਂ ਤੁਹਾਡੇ ਪੁੱਛ ਲੈਣੇ ਜੀ ਕਿਵੇਂ ਨਾਮ ਜਪਣਾ ਚਾਹੀਦਾ ਹੈ ਤੇ ਕਿਹੜੀ ਜੁਗਤੀ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਅਸੀਂ ਤਾਂ ਜਦੋਂ ਅੰਮ੍ਰਿਤ ਛਕਾਇਆ ਨਾ ਤੇ ਉਦੋਂ ਹੀ ਅਸੀਂ ਆਪ ਪੰਜਾਂ ਪਿਆਰਿਆਂ ਤੋਂ ਛਕਿਆ, ਤੇ ਉਹ ਹੀ ਆਪਣੇ ਵਿਚਾਰ ਦੱਸਣ ਵਾਲੇ ਹੈ। ਇੱਕ ਜਾਂ ਹੋਰ ਚੀਜ਼ ਨਹੀਂ, ਭਾਵ ਸਾਧ ਸੰਗਤ ਉਹਦੀ ਵਿਚਾਰ ਕਰਨ ਵਾਲੀ ਹੈ। ਜਾਂ ਗੁਰਬਾਣੀ ਜੇ ਇਹ ਉਪਦੇਸ਼ ਲਿਖਣ ਦੇ ਵਿੱਚ ਆਏ ਵੀ ਕੋਈ ਬਦਲਾ ਨਾ ਸਕੇ। ਹੋਰ ਧੁਨਾਤਮਕ ਰੂਪ ਹੈ, ਆਵਾਜ਼ ਰੂਪ ਹੈ, ਆਵਾਜ਼ ਨੂੰ ਨਾ ਫੜੀ ਜਾਂਦੀ ਨਾ ਹੋਰ ਸੁਣੀ ਜਾਂਦੀ, ਉਸ ਦੇ ਵਿੱਚ ਮਤਲਬ ਹੈ। ਤੇ ਇਹ ਹੀ ਫਿਰ ਦੇਖ ਲਓ ਵੀ ਬਾਹਰ ਆਵਾਜ਼ ਹਵਾ ਨਾਲ ਹੈ ਨਾ, ਆਪਣੇ ਅੰਦਰ ਹਵਾ ਸਾਹ ਹੈ, ਸਾਹ ਨੂੰ ਤੁਸੀਂ ਬੰਦ ਕਰੋ, ਬੋਲ ਕੇ ਵਿਖਾਓ, ਮੂੰਹ ਬੰਦ ਕਰੋ, ਨੱਕ ਨੂੰ ਵੀ ਘੁੱਟ ਲਓ, ਨਹੀਂ ਬੋਲ ਸਕਦੇ, ਅੰਦਰ ਹੈ ਤੁਹਾਡੇ ਮਤਲਬ ਉਹ। ਇਸੇ ਤਰ੍ਹਾਂ ਹੀ ਉਹ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਆਪਾਂ ਬੋਲਨੇ ਕਿੱਥੇ ਜਾਂਦੀ ਹੈ, ਬਾਹਰਲੀ ਹਵਾ ਕਿੱਥੇ ਜਾਂਦੀ ਹੈ। ਹਨੇਰੀਆਂ ਆਉਂਦੀਆਂ, ਹੁਣ ਇਸ ਵੇਲੇ ਐਨ ਸਾਫ਼ ਹੈ, ਆਕਾਸ਼ ਵਿੱਚ ਹੀ ਲੀਨ ਹੋ ਜਾਂਦੀ ਹੈ। ਜਦੋਂ ਉਹਦਾ ਹੁਕਮ ਹੁੰਦਾ ਪ੍ਰਗਟ ਹੋ ਜਾਂਦੀ ਹੈ, ਹਨੇਰੀ ਆ ਜਾਂਦੀ ਹੈ। ਪੈ ਵਿੱਚ ਪਵਨ ਵਹੈ ਸਦਭਾਵ, ਪੈ ਵਿੱਚ ਚੱਲੇ ਲਖ ਦਰਿਆਓ। ਸੋ ਇਹ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਦਿੱਤਾ ਹੋਇਆ ਗਰੀਬ ਨਿਵਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸਿੱਖ ਸੰਗਤਾਂ ਨੇ ਕਿ ਮਹਾਰਾਜ ਆਪ ਕਿਰਪਾ ਕਰੋ, ਸਾਡੀ ਤਾਂ ਜਿਹੜੀ ਰੀਤੀ ਪੁਰਾਣੇ ਬਜ਼ੁਰਗਾਂ ਦੀ, ਦਾਦੇ ਪੜਦਾਦੇ ਹੋਰ ਅਵਤਾਰਾਂ ਦੀ, ਇੱਥੇ ਰਹਿਣ ਵਾਲਿਆਂ ਦੀ ਇਹੀ ਚਲੀ ਆਉਂਦੀ ਹੈ ਵੀ ਮਹੀਨੇ ਦੁਆਰਾ ਜਾਣਾ। ਜਿਹੜੇ ਕੋਈ ਵਿਦਵਾਨ ਲੋਕ ਜਿਨ੍ਹਾਂ ਨੂੰ ਪੰਡਿਤ ਕਹਿ ਦਿੰਦੇ ਹੈ, ਬ੍ਰਾਹਮਣ ਕਹਿ ਦਿੰਦੇ ਹੈ, ਵੀ ਦੇਵਤਾ ਜੀ ਸੁਣਾਓ ਮਹੀਨਾ ਕਿਸ ਤਰ੍ਹਾਂ ਦਾ ਸੁਖ ਸ਼ਾਂਤੀ ਦਾ ਹੋਊਗਾ। ਉਹ ਕਹਿੰਦਾ ਤੇਰੇ ਤੇ ਆ ਗ੍ਰਹਿ ਹੈ, ਆ ਤੂੰ ਕੰਮ ਕਰ, ਕਿਉਂਕਿ ਪਹਿਲੇ ਸਿਆਣੇ ਹੁੰਦੇ ਸੀ ਅਖੇ ਜੀ ਉਹਦਾ ਕਰ, ਤੇ ਦੂਸਰੇ ਦਾ ਹੋਰ ਆ ਗਿਆ, ਉਹਨਾਂ ਤੋਂ ਸੁਣਦੇ ਹੁੰਦੇ ਸੀ, ਉਹਨਾਂ ਨੇ ਉਹ ਕਹਿਣਾ। ਤੇ ਹੁਣ ਕਲਯੁਗ ਦੇ ਵਿੱਚ ਤਾਂ ਅਸੀਂ ਉਹ ਔਗੁਣਾਂ ਦੇ ਨਾਲ ਗ੍ਰਹਿ ਨਾਮ ਗ੍ਰਸੇ ਹੀ ਰਹਿੰਦੇ ਹਾਂ। ਇੰਨੇ ਔਗੁਣ ਹੈ ਸਾਡੇ, ਤੇ ਕਿਹੜੇ ਕਿਹੜੇ ਉਪਾਅ ਕਰਾਂਗੇ। ਉਹ ਅਸੀਂ ਨਾ ਉਹਨਾਂ ਕੋਈ ਕਵੇ ਵੀ ਤੂੰ ਲੈ ਵੀ ਇੰਨਾ ਜਗ ਕਰਾ, ਇੰਨਾ ਕੋਈ ਪਸ਼ੂ ਇੰਨੀਆਂ ਗਊਆਂ ਦਾਨ ਕਰ, ਜਿਹਦੇ ਕੋਈ ਵਿਚਾਰੇ ਕੋਈ ਬੱਕਰੀ ਵੀ ਹੈ ਨਹੀਂ, ਉਹ ਗਊਆਂ ਕਿੱਥੇ ਦਾਨ ਕਰ ਦੂ। ਸੋ ਇਹੀ ਜਿਹੀ ਹਾਲਤ ਜਿਹੜੀ ਸਾਡੀ ਕਲਯੁਗ ਦੀ ਜਵਾਨੀ ਦੇਖ ਕੇ, ਉਹ ਬਿਨਾਂ ਕਿਸੇ ਮੁੱਲ ਤੋਂ ਹੋ, ਬਿਨਾਂ ਕਿਸੇ ਬਹੁਤੇ ਹੋਰ ਅਸੀਂ ਸਾਧਨ ਨਹੀਂ ਕਰ ਸਕਦੇ। ਜਿਵੇਂ ਧੂਣੀਆਂ ਚਾਉਣੀਆਂ, ਪੁੱਠੇ ਲਟਕਣੇ ਆ ਜਾਂ ਹੋਰ ਦੇ ਸਰੀਰ ਰੋਗੀ ਹੋ ਜਾਣਗੇ। ਸਰੀਰ ਦੀ ਵੀ ਲੋੜ ਹੈ, ਸਰੀਰ ਵੀ ਤੰਦਰੁਸਤ ਰਹੇ। ਸਭ ਤੋਂ ਪਹਿਲਾਂ ਜਿਹਦਾ ਸਰੀਰ ਤੰਦਰੁਸਤ ਹੋਊਗਾ ਨਾ, ਔਰ ਨਾਮ ਜਪਣ ਵਾਸਤੇ ਪੇਟ ਦੀ ਸਫਾਈ ਚਾਹੀਦੀ, ਦਿਮਾਗ ਦਰੁਸਤ ਚਾਹੀਦਾ ਹੈ, ਨੀਂਦ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਹੱਠ ਨਾਲ ਇਹ ਚੀਜ਼ਾਂ ਕਰੋਗੇ ਤੇ ਬਹੁਤੇ ਜਿਹੜੇ ਨੇ ਉਹ ਦੇਖੋਗੇ ਅਭਿਆਸ ਕਰਨ ਵਾਲੇ, ਉਹਨਾਂ ਦੇ ਸਰੀਰ 'ਚ ਨੁਕਸ ਪਏ ਹੋਏ ਆ, ਜਾਂ ਉਹਨਾਂ ਦਾ ਕਈਆਂ ਦਾ ਤਾਂ ਦਿਮਾਗ ਹੀ ਆਊਟ ਹੋ ਜਾਂਦਾ ਹੈ। ਬਹੁਤਾ ਕਰੋ, ਬਹੁਤਾ ਕਰੋ, ਨੀਂਦ ਨਾ ਸੋਏ। ਵਾਹਿਗੁਰੂ ਦਾ ਹੁਕਮ ਨਾਲ ਬਣਾਈਆਂ, ਆਰਾਮ ਵਾਸਤੇ ਬਣਾਈਆਂ, ਸਹਿਜ ਨਾਲ ਤੁਸੀਂ ਚੱਲੋ, ਉਹਦੀ ਮਰਜ਼ੀ। ਕਈ ਕਹਿੰਦੇ ਉੱਥੇ ਜਾਓ ਜੀ ਅਮਕੇ ਸੰਤ ਜਿਹੜੇ ਨੇ, ਜਾਂ ਉੱਥੇ ਹੋ ਬੜਾ ਜਪ ਤਪ ਹੈ, ਉਹ ਕਹਿੰਦੇ ਸਾਨੂੰ ਦਰਸ਼ਨ ਕਰਾ ਦੇਣੇ ਜਾਂ ਸਾਡਾ ਨਾਮ ਚਲਾ ਦੇਣ। ਕੋਈ ਆਉਂਦੇ ਜੋ ਦੇਖਦੇ ਹੈ, ਜੇ ਉਹਨਾਂ ਨੂੰ ਕਹੀਏ ਵੀ ਸਾਡਾ ਤਾਂ ਆਪ ਨਹੀਂ ਚੱਲਿਆ ਹੋਇਆ, ਜਾਂ ਉਹ ਚਲਾਉਣ ਵਾਲਾ ਉਹ ਉੱਥੋਂ ਚਲੇ ਜਾਂਦੇ ਆ, ਜਿਹਨੇ ਹੋਰ ਕੋਈ ਸੰਤ ਪਾਲਦੇ ਆ ਜਿਹੜਾ ਦਰਸ਼ਨ ਕਰਾ ਦੂਗਾ। ਵੀ ਦਰਸ਼ਨ ਤਾਂ ਵਾਹਿਗੁਰੂ ਪਰਮੇਸ਼ਰ ਨੇ ਦੇਣੇ, ਉਹਦੀ ਮਰਜ਼ੀ ਹੈ।
ਜੇ ਨਾਮ ਉਹਦਾ ਹੈ ਉਸਨੇ ਚਲਾਉਣਾ ਹੈ ਤੇ ਹੋਰ ਕਿਵੇਂ ਚਲਾ ਦੂਗਾ ਮੱਲੋ ਮੱਲੀ। ਜਿਹੜਾ ਕੋਈ ਐਵੇਂ ਭੰਬਲ ਭੂਸਿਆਂ ਵਿੱਚ ਪਾਊਗਾ ਤੇ ਉਹ ਬਹੁਤ ਨੁਕਸਾਨ ਹੋਊਗਾ। ਕਰਨ ਵਾਲਿਆਂ ਦੇ ਕਈਆਂ ਦੇ ਦਿਮਾਗ ਖਰਾਬ ਹੋਏ ਨੇ, ਔਰ ਭੰਬਲ ਭੂਸਿਆਂ ਦੇ ਵਿੱਚ ਕੋਈ ਇੱਧਰ ਉੱਧਰ ਛਿਲੇ ਕੱਢ ਕੇ ਮੰਤਰ ਜੰਤਰ ਜੇ ਸਿੱਧ ਕੀਤੇ ਉਹਨਾਂ 'ਤੇ ਅਸਰ ਪਾ ਦਿੰਦੇ। ਉਹ ਵਿਚਾਰੇ ਉੱਥੇ ਹੀ ਗੇੜਾ ਖਾਈ ਜਾਂਦੇ ਜਾਂ ਆਪਣੇ ਉਹ ਸੇਵਾਦਾਰ ਬਣਾਉਂਦੇ ਆ, ਉਲਟ ਕੰਮ ਕਰਦੇ ਆ। ਇਸ ਕਰਕੇ ਸਤਸੰਗਤ ਉਹ ਕਰੋ ਜਿਹੜੀ ਠੀਕ ਹੋਵੇ ਜਾਂ ਵਿਚਾਰ ਹੋਵੇ ਉਹਦੇ ਵਿੱਚ। ਇਸ ਤਰ੍ਹਾਂ ਬਹੁਤ ਹੈ ਸੂਖਮ ਚੀਜ਼ਾਂ ਦੇ ਨਾਲ ਇਸ ਵੇਲੇ ਸ੍ਰਿਸ਼ਟੀ ਬਹੁਤ ਗ੍ਰਸੀ ਹੋਈ ਹੈ। ਜਿਹੜੀਆਂ ਗੁਪਤ ਚੀਜ਼ਾਂ ਨੇ ਉਹ ਵਾਸ਼ਨਾ ਦੇ ਨਾਲ ਉਹਨਾਂ ਦੇ ਮਨ ਬੁੱਧ ਜਿਹੜੇ ਨੇ ਆਤਮਾ ਉੱਥੇ ਰਹਿ ਗਏ ਨੇ। ਉਹ ਸਾਨੂੰ ਦਿਸਦੀਆਂ ਨਹੀਂ, ਉਹ ਸਾਨੂੰ ਦੇਖਦੇ। ਜਿਸ ਤਰ੍ਹਾਂ ਸਾਡਾ ਸਥੂਲ ਸਰੀਰ ਹੈ ਸੂਖਮ ਸਰੀਰ ਨੂੰ ਨਹੀਂ ਵੇਖ ਸਕਦਾ, ਸੂਖਮ ਸਰੀਰ ਇਹਨੂੰ ਵੇਖਦਾ ਹੈ। ਇਸ ਕਰਕੇ ਉਹ ਦਿਸਦੀਆਂ ਨਹੀਂ ਹੈ। ਉਹਨਾਂ ਦੇ ਵਿੱਚ ਕਈ ਚੰਗੀਆਂ ਵੀ ਹੈ, ਕਈ ਮਾੜੀਆਂ ਵੀ ਨੇ, ਹੋਰ ਬਹੁਤ ਬਹੁਤ ਲੰਬਾ ਵਿਸਥਾਰ ਹੈ ਪਰਮਾਰਥ ਦਾ। ਸੋ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਮਹਾਰਾਜ ਸਾਨੂੰ ਇਹ ਔਕੜ ਆਉਂਦੀ ਹੈ। ਵਿਸਾਖੀ ਦਾ ਦਿਹਾੜਾ ਸੀ, ਦੀਵਾਨ ਸਜਿਆ ਹੋਇਆ ਹੈ, ਜਿੱਥੇ ਕਥਾ ਵਾਰਤਾ ਹੁੰਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਬਾਗ ਵੀ ਹੁੰਦਾ ਸੀ ਪਹਿਲਾਂ, ਹੁਣ ਤਾਂ ਬਹੁਤ ਹੋਣੇ ਕਰਕੇ ਬੂਟੇ ਬਾਟੇ ਫੜ ਗਏ, ਮਾੜੇ ਮੋਟੇ ਰਹਿ ਜਾਂਦੇ ਆ। ਇਹਨੇ ਫਿਰ ਸ਼ਹੀਦਾਂ ਸਿੰਘਾਂ ਦੀਆਂ ਸਥਾਨ ਜਾਂ ਹੋਰ ਚੀਜ਼ ਨੇ ਤੇ ਉਸ ਜਗ੍ਹਾ ਤੇ ਮਹਾਰਾਜ ਵੀ ਆਪ ਕਿਰਪਾ ਕਰੋ। ਬਹੁਤੇ ਜਿਹੜੇ ਅੱਧ ਵਿਚਾਲੇ ਜਿਹੇ ਹੈਗੇ ਆ ਉਹ ਅਸੀਂ ਬਾਹਮਣਾ ਕੋਲ ਹੀ ਪਹਿਲਾਂ ਜਾਂਦੇ ਸੀ, ਹੁਣ ਗੁਰੂ ਘਰ ਦੀ ਸਿੱਖੀ ਵਾਲੀ ਇੱਧਰ ਆਉਂਦੇ ਆ ਤੇ ਉਹ ਸਾਨੂੰ ਤਾਨੇ ਮੇਣੇ ਮਾਰਨ ਲੱਗ ਪਏ, ਤੁਸੀਂ ਤਾਂ ਉੱਧਰ ਗੁਰੂ ਬਣਾ ਲਿਆ ਤੇ ਇੱਥੇ ਤੁਸੀਂ ਕੀ ਲੈਣ ਆਉਂਦੇ ਹੋਏ? ਉਪਦੇਸ਼ ਸਾਥੋਂ ਸੁਣਦੇ ਉੱਧਰ ਜਾਓ ਵੀ ਆਪ ਹੀ ਕਿਰਪਾ ਕਰਕੇ ਸੁਣਾਓ। ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਹੋਰ ਸੰਗਤਾਂ ਆਪ ਸਿੱਧੇ ਤੋਂ ਬਚਨ ਜਾਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਕਿਉਂਕਿ ਸਤਿਗੁਰਾਂ ਤੋਂ ਪੈ ਕਰਦੇ ਨੇ, ਉਹਨਾਂ ਦੇ ਰਾਹੀਂ ਕਿਹਾ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਆਪਣੇ ਬਾਬਾ ਬੁੱਢਾ ਸਾਹਿਬ ਜੀ, ਇਹ 12 ਮਾਹੇ ਦੁਆਰਾ ਤਾਂ ਉਪਦੇਸ਼ ਦਿੱਤਾ ਹੋਇਆ ਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਅੰਦਰ। ਤੇ ਬਾਬਾ ਜੀ ਨੇ ਕਿਹਾ ਜੀ ਉਹ ਤਾਂ ਕਠਿਨ ਬੜਾ ਹੈ ਇਹ, ਉਹਦੇ ਵਿੱਚ ਅਲੰਕਾਰ ਬਾਹਰਲੇ ਜਾਂ ਉਹ ਬਾਹਰਲੇ ਸ਼ਬਦ ਹੀ ਇੰਨੇ ਕਠਿਨ ਨੇ, ਉਹਨਾਂ ਨੂੰ ਸਮਝਣਾ ਹੀ ਔਖਾ ਹੈ। ਤੇ ਜੇ ਕੋਈ ਸਮਝੂਗਾ ਤਾਂ ਐਵੇਂ ਉਪਰਾ ਉਪਰਾ ਜਾਂ ਦੂਸਰੀਆਂ ਚੀਜ਼ਾਂ 'ਚ ਹੀ ਲੱਗਾ ਰਹੂਗਾ, ਸ਼ਿੰਗਾਰ ਰਸ ਦੇ ਵਿੱਚ ਪ੍ਰਵਿਰਤ ਹੋ ਜਾਊਗਾ, ਉਲਟਾ ਗਿਆਨ ਹੋ ਜਾਊਗਾ, ਉਹਨੂੰ ਪਰਮਾਰਥ ਨਹੀਂ ਸਿੱਧ ਹੋਊ। ਗੁਰੂ ਮਹਾਰਾਜ ਨੇ ਕਿਹਾ, ਭਾਈ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਵਿਦਵਾਨ ਨੇ, ਇਹਨਾਂ ਤੋਂ ਸੁਣ ਲਓ, ਹੋਰ ਪੜ੍ਹ ਲਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਮਹਾਰਾਜ ਜੀ ਦੇਖੋ, ਤੁਸੀਂ ਪਹਿਲੇ ਸਤਿਗੁਰਾਂ ਦੀ ਬਾਣੀ ਉਚਾਰਨ ਕੀਤੀ, ਦੂਜੇ ਤੀਜੇ ਚੌਥੇ ਦੀ, ਤੇ ਆਪ ਜੀ ਨੇ ਵੀ ਹੋਰ ਇੰਨੀ ਬਾਣੀ ਉਚਾਰਨ ਕੀਤੀ। ਕਿਰਪਾ ਕਰਕੇ ਸਵਾਲੇ ਰੂਪ ਦੇ ਵਿੱਚ ਸਾਨੂੰ ਸਮਝ ਆਵੇ ਤੇ ਉਹ ਕਿਰਪਾ ਕਰ ਦਿਓ। ਸੰਗਤਾਂ ਕਹਿੰਦੀਆਂ ਸੋ ਇਹ ਫਿਰ 12 ਮਾਹ ਉਚਾਰਨ ਕੀਤਾ ਸਤਿਗੁਰੂ ਸਾਹਿਬ ਜੀ ਨੇ। ਇਹਦੇ ਵਿੱਚ ਹੈ 12 ਨਾਮ ਗਿਣਤੀ ਦਾ, 1 2 3 4 ਤੇ ਮਾਹ ਮਹੀਨੇ ਦਾ ਨਾਂ ਹੈ। ਅਸੀਂ ਮਹੀਨਾ ਕਹਿ ਦਿੰਦੇ ਆ, ਉਦੋਂ ਮਾਹ ਵੀ ਜਾਂ ਵਿਦਵਤਾ ਦੀ ਬੋਲੀ 'ਚ 12 ਮਾਹ। ਪੜ੍ਹੋ ਜੀ, ਇੱਕ ਓਂਕਾਰ ਸਤਿਗੁਰੂ ਸਾਹਿਬ। 12 ਮਾਹ ਮਾਝ ਮਹੱਲਾ ਪੰਜਵਾ, ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ।